Hello, my all dear students. In today's class, we are going to read chapter number 8 of class 10th Punjab School Education Board, The Making of the Earth. This is a lesson that is written by Pandit Jawaharlal Nehru ji. Chapter read ਕਰਨ ਤੋਂ ਪਹਿਲਾਂ ਜਿਨ੍ਹਾਂ ਬੱਚਿਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਚੈਨਲ ਸਬਸਕ੍ਰਾਈਬ ਕਰ ਲੈਣ। ਸੋ ਇਸ ਚੈਪਟਰ ਦੇ ਵਿੱਚੋਂ ਕੁਐਸਚਨਸ ਆਉਂਦੇ ਨੇ, ਦੋ ਕੁਐਸਚਨਸ ਘੱਟੋ ਘੱਟ ਆਣਗੇ ਤੁਹਾਡੇ ਪੇਪਰ ਦੇ ਵਿੱਚ। ठीक है, पेपर ਦੇ ਵਿੱਚ ਕੁਐਸਚਨਸ ਜਿਹੜੇ ਨੇ ਆਉਂਦੇ ਨੇ ਤੇ ਕੁਐਸਚਨਸ ਦੇ ਆਨਸਰ ਬਹੁਤ ਜ਼ਿਆਦਾ ਈਜ਼ੀ ਨੇ। ਯੂ ਕੈਨ grab marks easily from this chapter. Okay, so this is a tip for this chapter. ਚਲੋ ਬਿਨਾਂ ਵਕਤ ਗਵਾਏ ਅਸੀਂ ਚੈਪਟਰ ਸਟਾਰਟ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਲਾਈਕ ਸ਼ੇਅਰ this video with your friends, and if you're a teacher, share this video with your students, and also subscribe my channel if you're watching this video, so that next ਆਉਣ ਵਾਲੇ ਜਿਹੜੇ ਚੈਪਟਰਸ ਨੇ ਉਹਨਾਂ ਦੀਆਂ ਟਿਪਸ ਜਿਹੜੀਆਂ ਨੇ ਤੁਹਾਨੂੰ ਮਿਲਦੀਆਂ ਰਹਿਣ, ਨਵੀਆਂ ਨਵੀਆਂ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ। ਇਸ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ। ਸਟਾਰਟ ਕਰਦੇ ਹਾਂ ਜੀ ਚੈਪਟਰ ਮੇਕਿੰਗ ਆਫ ਦਾ ਅਰਥ, ਧਰਤੀ ਕਿੱਦਾਂ ਬਣੀ ਉਹਦੇ ਬਾਰੇ ਚੈਪਟਰ ਹੈ। ਪੰਡਿਤ ਜਵਾਹਰ ਲਾਲ ਨਹਿਰੂ ਜੀ 1889 to 1964 was a prolific writer. So Pandit Jawaharlal Nehru ji बहुत ही बेहतरीन writer सी, लेखक सी। He was an original thinker and had great insight. His famous books are Glimpses of World History and Discovery of India. So Pandit Jawaharlal Nehru ji देश के पहले प्रधानमंत्री है ना, बहुत ही ਉੱਚੀ ਸੋਚ ਰੱਖਣ ਵਾਲੇ ਇਨਸਾਨ ਸੀ। ਐਂਡ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਜਿਨ੍ਹਾਂ ਵਿੱਚ ਦੋ ਕਿਤਾਬਾਂ ਨੇ, Glimpses of World History and Discovery of India। ਚੈਪਟਰ ਸਟਾਰਟ ਕਰਦੇ ਹਾਂ ਹੁਣ ਆਪਾਂ। This small piece is an extract from Nehru's letters from a father to his daughter, which he wrote to his daughter Indira in the summer of 1928 when she was at Missouri. So ਇਹ ਛੋਟਾ ਜਿਹਾ ਜਿਹੜਾ ਚੈਪਟਰ ਸੀ ਪੜਾਂਗੇ, ਛੋਟਾ ਜਿਹਾ ਕਹਿੰਦੇ ਲਿਆ ਗਿਆ ਹੈ, ਕਿਹਦੇ ਵਿੱਚ ਲਿਆ ਗਿਆ ਹੈ? ਨਹਿਰੂ ਜੀ ਦੀਆਂ ਚਿੱਠੀਆਂ ਜਿਹੜੀਆਂ ਕਿ ਪਿਤਾ ਨੇ ਆਪਣੀ ਬੇਟੀ ਇੰਦਰਾ ਨੂੰ ਲਿਖੀਆਂ ਸੀ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬੇਟੀ ਦਾ ਨਾਮ ਇੰਦਰਾ ਗਾਂਧੀ ਸੀ, ਜਿਹੜੇ ਕਿ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਬਣੇ ਆਪਣੇ ਦੇਸ਼ ਦੇ। ਠੀਕ ਹੈ, ਸੋ ਉਹਨਾਂ ਨੂੰ ਚਿੱਠੀ ਲਿਖੀ ਸੀਗੀਆਂ ਤੇ ਉਹਨਾਂ ਵਿੱਚੋਂ ਕੁਝ ਐਕਸਟ੍ਰੈਕਟ ਲਿੱਤਾ ਗਿਆ ਪੀਸ ਜਿਹੜਾ ਤੁਸੀਂ ਚੈਪਟਰ ਪੜੋਗੇ ਉਹਨਾਂ ਚਿੱਠੀਆਂ ਦੇ ਵਿੱਚੋਂ ਇਹ ਲਿਖਿਆ ਗਿਆ ਹੈ। ਸੋ ਗਰਮੀਆਂ ਦੇ ਵਿੱਚ 1928 ਚ ਉਹਨਾਂ ਨੇ ਲਿਖਿਆ ਸੀ ਜਦੋਂ ਕਿ ਉਹ ਮਿਸੂਰੀ ਦੇ ਵਿੱਚ ਸੀ। This bunch of 30 letters contains essential facts of evolution of man, beginning from the making of the earth to the great age of the Ramayana and the Mahabharata. So ਕਿਤੇ ਇਹ 23 ਚਿੱਠੀਆਂ ਜਿਹੜੀਆਂ ਸੀ ਇਹਦੇ ਵਿੱਚ ਕਾਫੀ ਕੁਝ ਲਿਖਿਆ ਗਿਆ ਸੀਗਾ, ਕਿੱਦਾਂ ਧਰਤੀ ਬਣੀ ਸ਼ੁਰੂ ਤੋਂ ਲੈ ਕੇ ਧਰਤੀ ਬਣਨ ਤੋਂ ਲੈ ਕੇ ਮਹਾਨ ਜੋ ਰਮਾਇਣਾ ਤੇ ਮਹਾਭਾਰਤ ਦੇ ਯੁੱਗ ਚਲਵਾਏ ਸੀ ਹਨਾ, ਉਹ ਸਭ ਇਹਨਾਂ ਵਿੱਚ ਲਿਖਿਆ ਗਿਆ। In this letter, Nehru begins by defining the solar system to which our earth belongs. ਇਹਨਾਂ ਚਿੱਠੀਆਂ ਦੇ ਵਿੱਚ ਨਹਿਰੂ ਜੀ ਨੇ ਸੋਲਰ ਸਿਸਟਮ ਬਾਰੇ ਵਿਆਖਿਆ ਕਰਨੀ ਸ਼ੁਰੂ ਕੀਤੀ ਸੀ ਕਿ ਧਰਤੀ ਜਿਸ ਸੋਲਰ ਸਿਸਟਮ ਨਾਲ ਸਾਡੀ ਧਰਤੀ ਜਿਹੜੀ ਆ ਉਹ ਬਿਲੋਂਗ ਕਰਦੀ ਹੈ ਨਾ, ਉਸ ਦਾ ਇੱਕ ਹਿੱਸਾ ਹੈ। ਧਰਤੀ ਵੀ ਸਾਡੇ ਸੋਲਰ ਸਿਸਟਮ ਦਾ ਇੱਕ ਹਿੱਸਾ ਹੈ ਤੇ ਉਹਦੇ ਬਾਰੇ ਦੱਸਣਾ ਸ਼ੁਰੂ ਕੀਤਾ। He goes on to differentiate between a planet and a star. ਉਹਨਾਂ ਨੇ ਇਹਨਾਂ ਚਿੱਠੀਆਂ ਦੇ ਵਿੱਚ ਦੱਸਿਆ ਇਹਨਾਂ ਨੂੰ ਕੀ ਫਰਕ ਹੈ ਪਲੈਨਟ, ਇੱਕ ਗ੍ਰਹਿ ਤੇ ਇੱਕ ਤਾਰੇ ਦੇ ਵਿੱਚ। He later talks of the breaking away of the earth from the sun. ਉਹਨਾਂ ਗੱਲ ਕੀਤੀ ਕਿਵੇਂ ਧਰਤੀ ਜਿਹੜੀ ਹੈ ਸੂਰਜ ਤੋਂ ਬਿਖਰੀ ਅਲੱਗ ਹੋਈ। Breaking away of the moon from the earth, ਧਰਤੀ ਤੋਂ ਚੰਦਰਮਾ ਕਿੱਦਾਂ ਅਲੱਗ ਹੋਇਆ। And the gradual cooling of the earth and the moon, ਕਿਸ ਤਰ੍ਹਾਂ ਧਰਤੀ ਤੇ ਜਿਹੜਾ ਚੰਦਰਮਾ ਠੰਡੇ ਹੋਏ। Condensation of vapors on the surface of the earth and the formation of the great oceans. ਠੀਕ ਹੈ, ਕਿਸ ਤਰ੍ਹਾਂ vapors ਜਿਹੜਾ ਭਾਫ ਬਣਦੀ ਹੈ, ਠੰਡੀ ਹੋ ਜਾਂਦੀ ਹੈ ਤੇ clouds ਬਣ ਜਾਂਦੇ ਨੇ, ਫਿਰ ਪਾਣੀ ਜਿਹੜਾ ਹੈ ਇਕੱਠਾ ਹੋ ਕੇ ਬਾਰਿਸ਼ ਕਰਦਾ ਹੈ ਨਾ ਧਰਤੀ ਤੇ ਆ ਕੇ। ਕਿੱਦਾਂ ਫਿਰ ਉਹ ਓਸ਼ਨਸ ਜਿਹੜੇ ਸੀਗੇ, ਮਹਾਸਾਗਰ, ਸਮੁੰਦਰ, ਨਹਿਰਾਂ ਕਿੱਦਾਂ ਬਣੀਆਂ, ਉਹਦੇ ਬਾਰੇ ਚੈਪਟਰ ਹੈ ਜਿਹੜਾ ਕਿ ਨਹਿਰੂ ਜੀ ਨੇ ਆਪਣੀ ਬੇਟੀ ਨੂੰ ਲਿਖਿਆ ਸੀ। ਠੀਕ ਹੈ, first paragraph, you know that the earth goes around the sun. ਤੈਨੂੰ ਪਤਾ ਹੈ ਕਿ ਧਰਤੀ ਜਿਹੜੀ ਹੈ ਸੂਰਜ ਦੇ ਦੁਆਲੇ ਘੁੰਮਦੀ ਹੈ। And the moon goes around the earth, ਤੇ ਧਰਤੀ ਦੇ ਦੁਆਲੇ ਕੌਣ ਘੁੰਮਦਾ ਹੈ? ਚੰਦਰਮਾ। ਚੰਦਰਮਾ ਧਰਤੀ ਦੇ ਦੁਆਲੇ ਘੁੰਮਦਾ ਹੈ। You know also perhaps that there are several other bodies which like the earth go around the sun. You know also, ਤੁਹਾਨੂੰ ਇਹ ਵੀ ਸ਼ਾਇਦ ਪਤਾ ਹੋਵੇਗਾ, perhaps ਮਤਲਬ ਸ਼ਾਇਦ, perhaps ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਕੁਝ ਹੋਰ celestial bodies ਵੀ ਹੁੰਦੀਆਂ ਜਿਹੜੀਆਂ ਕਿ ਧਰਤੀ ਵਾਂਗ ਹੀ ਸੂਰਜ ਦੇ ਦੁਆਲੇ ਘੁੰਮਦੀਆਂ ਹਨ।
all these including our earth are called planets of the sun ठीक है ਤੇ ਉਹਨਾਂ ਨੂੰ ਜਿਹੜੇ ਧਰਤੀ ਵਾਂਗ ਜਿਹੜੀ ਬੋਡੀਜ਼ ਹੁੰਦੀਆਂ ਨੇ ਅਸੀਂ ਉਹਨਾਂ ਨੂੰ planets ਕਹਿੰਦੇ ਹਾਂ the sun is called a satellite of the earth moon is called a satellite of the earth belongs because it hangs on to it मून जो है वो धरती का एक सैटेलाइट है जेड़ा कि घूमता रहता है the earth other planets have also got their satellites दूसरे planets से भी satellites ਹੁੰਦੀਆਂ ਨੇ the sun the planets with their satellites form a happy family ठीक है सूरज ਤੇ ਗ੍ਰਹਿ ਜਿਹੜੇ ਨੇ ਇਹਨਾਂ ਸੈਟੇਲਾਈਟਸ ਦੇ ਨਾਲ ਆਪਣੇ ਸੈਟੇਲਾਈਟਸ ਨਾਲ ਇੱਕ ਪਰਿਵਾਰ ਖੁਸ਼ ਪਰਿਵਾਰ ਬਣਾਉਂਦੇ ਨੇ ਇਸ ਪਰਿਵਾਰ ਨੂੰ ਆਪਾਂ ਹੀ ਸੋਲਰ ਸਿਸਟਮ ਕਹਿੰਦੇ ਹਾਂ ਸੌਰ ਮੰਡਲ ਕਹਿੰਦੇ ਹਾਂ solar means belonging to the sun solar ਦਾ ਮਤਲਬ ਕੀ ਹੈ ਸੂਰਜ ਨਾਲ ਸੰਬੰਧ ਰੱਖਣ ਵਾਲਾ and the sun being the father of all the planets ਸੂਰਜ ਕੀ ਹੈ ਇਹਨਾਂ ਸਾਰਿਆਂ ਗ੍ਰਹਿਾਂ ਦਾ ਬਾਪ ਹੈ the whole group is called the solar system ਇਹ ਪੂਰੇ ਗਰੁੱਪ ਨੂੰ sun ਦੇ ਇਰਦ-ਗਿਰਦ ਘੁੰਮਣ ਵਾਲੇ planets ਜਿਹੜੇ ਨੇ ਆਪਾਂ ਇਹਨਾਂ ਸਾਰਿਆਂ ਨੂੰ ਕੀ ਕਹਿੰਦੇ ਆ ਇਕੱਠਿਆਂ solar system ਮਤਲਬ ਬ੍ਰਹਮੰਡ solar system ਸੌਰ ਮੰਡਲ ਕਹਿੰਦੇ ਆ at night you see thousands of stars in the sky ਰਾਤ ਨੂੰ ਤੁਸੀਂ ਬਹੁਤ ਸਾਰੇ ਜਿਹੜੇ ਤਾਰੇ ਹੈ ਆਸਮਾਨ ਦੇ ਵਿੱਚ ਵੇਖਦੇ ਹੋਵੋਗੇ only a few of these are planets ਇਹਨਾਂ ਵਿੱਚ ਕੁਝ ਜਿਹੜੇ ਨੇ ਉਹ ਗ੍ਰਹਿ ਹੁੰਦੇ ਨੇ and these are really not called stars at all ਤੇ ਇਹਨਾਂ ਨੂੰ ਆਪਾਂ ਸੱਚ ਵਿੱਚ ਤਾਰੇ ਨਹੀਂ ਬੋਲ ਸਕਦੇ can you distinguish between a planet and a star ਕੀ ਤੁਸੀਂ ਇਹਨਾਂ planets ਤੇ stars ਨੂੰ ਅਲੱਗ-ਅਲੱਗ ਕਰ ਸਕਦੇ ਹੋ ਦੱਸ ਸਕਦੇ ਹੋ ਕਿ ਇਹਨਾਂ ਵਿੱਚ ਫਰਕ ਕੀ ਹੈ the planets are really quite tiny like our earth ਕਹਿੰਦੇ ਇਹ ਜਿਹੜੇ ਤਾਰੇ ਨੇ planets ਬਹੁਤ ਜ਼ਿਆਦਾ ਛੋਟੇ ਲੱਗਦੇ ਨੇ ਜਿੱਦਾਂ ਸਾਡੇ ਧਰਤੀ ਹੈ ਉਵੇਂ ਕੰਪੇਅਰ ਟੂ ਦਾ ਸਟਾਰਸ ਅਗਰ ਇਸ ਇਹਨਾਂ ਨੂੰ ਤਾਰਿਆਂ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਇਹ ਬਹੁਤ ਜ਼ਿਆਦਾ ਛੋਟੇ ਹਨ but they look bigger in the sky ਆਸਮਾਨ ਦੇ ਵਿੱਚ ਇਹ ਬਹੁਤ ਵੱਡੇ ਦਿਖਦੇ ਹਨ because they are much nearer to us ਕਿਉਂਕਿ ਸਾਡੇ ਕਾਫੀ ਜ਼ਿਆਦਾ ਨਜ਼ਦੀਕ ਨੇ ਤਾਰੇ ਇਸ ਕਰਕੇ ਸਾਨੂੰ ਵੱਡੇ ਦਿਖਾਈ ਦਿੰਦੇ ਹਨ just as the moon which is ਜਿਸ ਤਰ੍ਹਾਂ ਚੰਦਰਮਾ ਹੈ ਹਨਾ ਚੰਦਰਮਾ ਕਾਫੀ ਸਾਨੂੰ ਵੱਡਾ ਦਿਖਾਈ ਦਿੰਦਾ because the distance ਜਿਹੜਾ ਧਰਤੀ ਨਾਲੋਂ ਕਾਫੀ ਘੱਟ ਹੈ in reality quite a baby ਹਨਾ ਸੱਚਮੁੱਚ ਇੱਕ ਬੱਚੇ ਦੇ ਵਾਂਗ ਲੱਗਦਾ ਹੈ look so big because it is quite near to us ਚੰਦਰਮਾ ਕੀ ਸਾਡੇ ਕਾਫੀ ਨਜ਼ਦੀਕ ਹੈ distance ਧਰਤੀ ਦਾ ਤੇ ਚੰਦਰਮਾ ਦਾ ਘੱਟ ਹੈ ਇਸ ਕਰਕੇ ਸਾਨੂੰ ਇਹ ਵੱਡਾ ਜਿਹੜਾ ਸਾਈਜ਼ ਵਿੱਚ ਦਿਖਾਈ ਦਿੰਦਾ ਹੈ but the real way to distinguish the stars from the planets is to see if they twinkle or not but ਸਹੀ ਤਰੀਕਾ ਜਿਹੜਾ ਆ ਕਿ ਤਾਰਿਆਂ ਨੂੰ ਹਨਾ ਗ੍ਰਹਿਾਂ ਤੋਂ ਅਲੱਗ ਕਰਨ ਦਾ ਉਹ ਇਹ ਹੈ ਫਰਕ ਸਮਝਾਉਣ ਵਿੱਚ ਇਹ ਹੈ ਕਿ ਉਹ ਟਿਮਟਮਾਉਣਾ ਹਨਾ ਇੱਕ ਪ੍ਰੋਪਰਟੀ ਹੈ ਟਿਮਟਮਾਉਣਾ ਟਵਿੰਕਲਿੰਗ ਸੋ ਜਿਹੜੇ ਗ੍ਰਹਿ ਨੇ ਉਹ ਕੀ ਕਰਦੇ ਨੇ ਕਿ ਉਹ ਟਿਮਟਮਾਉਂਦੇ ਨੇ देखोगे पढ़ते हैं stars twinkle तारे टिमटिमाਉਂਦੇ ਹਨ but planets do not twinkle but ਗ੍ਰਹਿ ਜਿਹੜੇ ਨੇ ਉਹ ਟਿਮਟਿਮਾਉਂਦੇ ਨਹੀਂ that is because the planets only shine because they get the light of our sun ਠੀਕ ਹੈ ਜਿਹੜੇ ਗ੍ਰਹਿ ਹੁੰਦੇ ਨੇ ਉਹ ਚਮਕਦੇ ਹਨ ਕਿਉਂਕਿ ਉਹ ਸੂਰਜ ਦੀ ਰੋਸ਼ਨੀ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਮਿਲਦੀ ਹੈ ਉਹ ਸੂਰਜ ਦੀ ਰੋਸ਼ਨੀ ਲੈਂਦੇ ਹਨ it is only the sunshine on the planets or the moon that we see ਠੀਕ ਹੈ sunshine ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਗ੍ਰਹਿਾਂ ਉੱਤੇ ਆ ਕੇ ਪੈਂਦੀ ਹੈ ਚੰਦਰਮਾ ਉੱਤੇ ਪੈਂਦੀ ਹੈ ਜਿਹਦੇ ਕਰਕੇ ਆਪਾਂ ਦੇਖ ਪਾਉਂਦੇ ਹਾਂ ਉਹਨਾਂ ਨੂੰ the real stars are like our sun ਜਿਹੜੇ ਬਾਕੀ ਤਾਰੇ ਨੇ ਠੀਕ ਹੈ ਉਹ ਚੰਦਰਮਾ ਵਰਗੇ ਸੂਰਜ ਵਰਗੇ ਹੀ ਹਨ the shine of themselves ਉਹਨਾਂ ਦੀ ਆਪਣੀ ਰੋਸ਼ਨੀ ਹੈ because they are very hot and burning ਬਹੁਤ ਜ਼ਿਆਦਾ ਗਰਮ ਬਹੁਤ ਜ਼ਿਆਦਾ ਅੱਗ ਵਾਲੇ ਹਨ in reality our sun itself is a star ਸੱਚ ਅਸਲ ਦੇ ਵਿੱਚ ਜਿਹੜਾ ਸਾਡਾ ਸੂਰਜ ਵੀ ਕੀ ਹੈ ਸਟਾਰ ਹੈ only it looks bigger as it is nearer and we see it as a great ball of fire ਕਹਿੰਦੇ only it looks bigger ਸਾਨੂੰ ਕਿਉਂ ਇੰਨਾ ਵੱਡਾ ਦਿਖਾਈ ਦਿੰਦਾ because the distance ਧਰਤੀ ਨਾਲੋਂ ਕਾਫੀ ਘੱਟ ਹੈ ਨਾ it is nearer ਸਾਡੇ ਕੋਲ ਹੈ ਨਜ਼ਦੀਕ ਹੈ ਇਸ ਕਰਕੇ ਸਾਨੂੰ ਇੰਨਾ ਵੱਡਾ ਦਿਖਾਈ ਇੰਨਾ ਵੀ ਕੋਲ ਨਹੀਂ ਹੈ ਠੀਕ ਹੈ ਮਤਲਬ distance ਜਿਹੜਾ ਧਰਤੀ ਦਾ ਤੇ ਸੂਰਜ ਦਾ ਉਹ ਬਹੁਤਾ ਜ਼ਿਆਦਾ ਦੂਰ ਨਹੀਂ ਇਸ ਕਰਕੇ ਸਾਨੂੰ ਸਕੇ ਸੋਲਰ ਸਿਸਟਮ ਦੇ ਵਿੱਚ ਅਰਥ ਦਾ ਥਰਡ ਪਲੈਨਟ ਹੈ ਨਾ ਮਰਕਰੀ ਪਹਿਲਾ ਹੈ ਫਿਰ ਵੀਨਸ ਹੈ ਫਿਰ ਅਰਥ ਹੈ ਸੋ ਇਸ ਕਰਕੇ ਸਾਨੂੰ ਸੂਰਜ ਦਾ ਜਿਹੜਾ ਸਾਈਜ਼ ਹੈ ਵੱਡਾ ਦਿਖਾਈ ਦਿੰਦਾ ਹੈ we see it as a great ball of fire ਸਾਨੂੰ ਇਹ ਲੱਗਦਾ ਹੈ ਜਿੱਦਾਂ ਕਿ ਬਹੁਤ ਵੱਡਾ ਗੋਲਾ ਹੋਏ ਅੱਗ ਦਾ ਉਸ ਤਰ੍ਹਾਂ ਦਾ ਸਾਨੂੰ ਦਿਖਾਈ ਦਿੰਦਾ ਹੈ so that our earth belongs to the family of the sun so ਜਿਹੜੀ ਸਾਡੀ ਕਹਿੰਦੇ ਧਰਤੀ ਹੈ ਉਹ ਕਿਹਦੇ ਨਾਲ ਬਿਲੋਂਗ ਕਰਦੀ ਹੈ ਸੂਰਜ ਨਾਲ ਬਿਲੋਂਗ ਕਰਦੀ ਹੈ ਸੂਰਜ ਪਰਿਵਾਰ ਨਾਲ ਬਿਲੋਂਗ ਕਰਦੀ ਹੈ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਸੌਰ ਮੰਡਲ ਸੋਲਰ ਸਿਸਟਮ ਕਹਿੰਦੇ ਹਾਂ we think the earth is very big ਅਸੀਂ ਸੋਚਦੇ ਹਾਂ ਕਿ ਧਰਤੀ ਬਹੁਤ ਵੱਡੀ ਹੈ and it is big compared to our
tiny cells जगर ਅਸੀਂ ਆਪਣੇ ਆਪਣੇ कंपैरिजन करिए ਤਾਂ ਹਨਾ ਆਪਾਂ ਬਹੁਤ ਛੋਟੇ ਲੱਗਾਂਗੇ ਇਹਦੇ ਇੰਨੇ ਵੱਡੇ ਸਾਈਜ਼ ਨਾਲ it takes weeks and months to go from one part of it to another अगर ਅਸੀਂ ਜਾਣਾ ਚਾਹੀਏ ਦੇਖੀ ਸੇ ਦੂਸਰੇ ਹਿੱਸੇ ਤੱਕ ਸਾਨੂੰ ਕਈ ਹਫ਼ਤੇ ਕਈ ਮਹੀਨੇ ਲੱਗ ਜਾਣਗੇ ਇਹਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਭਾਵੇਂ ਵੱਡਾ ਸਾਰਾ ਆਪਾਂ ਕੋਈ ट्रेन ਲੈ ਲਈਏ ਜਾਂ ਕੋਈ ਪਾਣੀ ਵਿੱਚ ਚੱਲਣ ਵਾਲੀ ਕੋਈ ਬੋਟ ਕੋਈ ਸਟੀਮਰ ਲੈ ਲਈਏ ਤੇ ਆਪਾਂ ਕਾਫੀ ਜ਼ਿਆਦਾ ਸਾਨੂੰ ਜਿਹੜੇ ਮੰਥਸ ਨੇ ਉਹ ਲੱਗ ਜਾਣਗੇ ਧਰਤੀ ਦੇ ਇੱਕ ਹਿੱਸੇ ਤੋਂ ਜਾਣ ਲੈ ਕੇ ਦੂਸਰੇ ਹਿੱਸੇ ਤੱਕ ਜਾਣ ਦੇ but although it seems so big to us ਇਹ ਸਾਨੂੰ ਦੇਖਣ ਚ ਬਹੁਤ ਜ਼ਿਆਦਾ ਵੱਡਾ ਲੱਗਦਾ ਹੈ it is just like a speck of dust hanging in the air ਇਹ ਕੀ ਹੈ ਇੱਕ ਮਿੱਟੀ ਦਾ ਇੱਕ dust ਦਾ ਮਤਲਬ ਭਰਿਆ ਹੋਇਆ ਗੋਲਾ ਲੱਗਦਾ ਹੈ ਜਿਹੜਾ ਕਿ ਹਵਾ ਵਿੱਚ ਲਟਕ ਰਿਹਾ ਹੈ the sun is millions of miles away from and the other stars are even further away ਠੀਕ ਹੈ ਸੋ ਸੂਰਜ ਜਿਹੜਾ ਹੈ ਕਈ ਮੀਲਾਂ ਦੂਰ ਹੈ ਕਈ ਮਿਲੀਅਨਸ ਮਾਈਲ ਜਿਹੜਾ ਹੈ ਦੂਰ ਹੈ ਤੇ ਜਿਹੜੇ ਤਾਰੇ ਹੁੰਦੇ ਨੇ ਉਹ ਵੀ ਕਹਿੰਦਾ ਹੈ ਕਿ ਬਹੁਤ ਜ਼ਿਆਦਾ ਦੂਰ ਨੇ ਐਸਟ੍ਰੋਨੋਮਰਸ ਕੌਣ ਹੁੰਦੇ ਜਿਹੜੇ ਸਟੱਡੀ ਕਰਦੇ ਆ ਇਹਨਾਂ ਸੈਲੈਸਟੀਅਲ ਬੋਡੀਜ਼ ਦੀ ਉਹਨਾਂ ਨੂੰ ਕੀ ਆਪਾਂ ਕਹਿੰਦੇ ਆ ਐਸਟ੍ਰੋਨੋਮਰਸ ਕਹਿੰਦੇ ਆ ਠੀਕ ਹੈ those people who study the stars tell us that long ago the earth all the planets were part of the sun ਕਹਿੰਦੇ ਐਸਟ੍ਰੋਨੋਮਰਸ ਉਹ ਲੋਕ ਜਿਹੜੇ ਕਿ ਤਾਰਿਆਂ ਦੀ ਸਟੱਡੀ ਕਰਦੇ ਨੇ tell us that long ago ਲੰਬੇ ਸਮੇਂ ਪਹਿਲਾਂ ਹੋਇਆ ਸੀ ਧਰਤੀ ਤੇ ਇਹਦੇ ਜਿਹੜੇ ਪਲੈਨਟ ਸੀਗੇ were part of the sun ਉਹ ਵੀ ਕੀ ਸੀ ਸੂਰਜ ਦਾ ਇੱਕ ਹਿੱਸਾ ਹੀ ਸਨ The sun was then as it is now a mass of flaming matter terribly hot ठीक है सो ਅੱਗ ਨਾਲ ਬਣਿਆ ਹੋਇਆ ਸਮਾਨ ਦਾ ਇੱਕ ਆਪਣੀ ਇੱਕ ਗੋਲਾ ਹੈ ਇੱਕ ਅੱਗ ਦਾ ਗੋਲਾ ਹੈ ਇਹ ਬਹੁਤ ਜ਼ਿਆਦਾ ਗਰਮ ਹੈ ਸੂਰਜ ਹੁਣ some of little bits of the sun got loose ਕੁਝ ਜਿਹੜੇ ਤਿਣਕੇ ਸੀਗੇ ਸੂਰਜ ਦੇ ਛੋਟੇ ਛੋਟੇ ਤਿਣਕੇ ਕੁਝ ਕਹਿੰਦੇ ਲੂਜ਼ ਉਹਦੇ ਵਿੱਚੋਂ ਨਿਕਲ ਗਏ and they shot out into the air ਹਵਾ ਵਿੱਚ ਉੱਡ ਗਏ but they could not fully get rid of their father but ਪੂਰੀ ਤਰ੍ਹਾਂ ਬਹੁਤ ਜ਼ਿਆਦਾ ਦੂਰ ਵੀ ਆਪਣੇ ਮਤਲਬ ਸਨ ਤੋਂ ਦੂਰ ਨਹੀਂ ਗਏ it was as if a rope was tied to them ਇਸ ਤਰ੍ਹਾਂ ਸੀ ਜਿੱਦਾਂ ਇਹ ਟਿਣਕਿਆਂ ਦੇ ਨਾਲ ਰੱਸੀ ਨੂੰ ਬੰਨਿਆ ਹੋਏ they kept drilling around the sun ਉਹ ਸੂਰਜ ਦੇ ਇਰਦ ਗਿਰਦ ਘੁੰਮਦੇ ਰਹੇ this strange force ਇਹ ਜਿਹੜੀ ਇੱਕ ਅਜੀਬ ਤਾਕਤ ਸੀ which I have compared to a rope ਜਿਸ ਨਾਲ ਮੈਂ ਰੱਸੀ ਨਾਲ ਕੰਪੇਅਰ ਕੀਤਾ ਹੈ is something which attract little things to great ਜਿਹੜੀ ਕਿ ਆਪਣੀ ਤਰਫ ਤੋਂ ਛੋਟੀ ਚੀਜ਼ਾਂ ਨੂੰ ਖਿੱਚ ਰਹੀ ਸੀ it is a force which makes things fall by their weight ਤੇ gravitational force ਬਾਰੇ ਬੇਟਾ ਗੱਲ ਕਰ ਰਹੇ ਤੁਸੀਂ ਆਪਣੇ 9th class ਸਾਇੰਸ ਵਿੱਚ ਕੁਝ ਪੜ੍ਹਿਆ ਹੋਇਆ gravitational force ਬਾਰੇ ਸੋ ਇਹ ਉਹ ਤਾਕਤ ਸੀ ਜਿਹੜੀ ਕਿ ਧਰਤੀ ਵੱਲ ਚੀਜ਼ਾਂ ਨੂੰ ਖਿੱਚਦੀ ਹੈ the earth being the biggest thing near us attracts everything we have है ना धरती की करती है being the biggest thing सब तो बड़ी धरती से आप बहुत छोटे हैं as compared to earth so जिन्हें चीजें होंगे ना वो अपनी तरफ की कर लेंगी है attract करती है right in this way our earth also shoot out from the sun इस तरीके नाल ਜਿਹੜੀ ਸਾਡੀ ਧਰਤੀ ਸੀ ਉਹ ਵੀ ਕੀ ਸੀ ਸੂਰਜ ਦੇ ਵਿੱਚੋਂ ਹੀ ਨਿਕਲੀ ਹੈ ਸੂਰਜ ਦਾ ਇੱਕ ਹਿੱਸਾ ਹੈ it must have been very hot ਇਹ ਵੀ ਬਹੁਤ ਜ਼ਿਆਦਾ ਗਰਮ ਰਹੀ ਹੋਏਗੀ ਬਹੁਤ ਸਾਰੀਆਂ terrible gases ਜਿਸ ਗਰਮ ਗੈਸਾਂ ਹੋਣਗੀਆਂ air around it ਹਵਾ ਸੀ ਦੇ ਆਸ-ਪਾਸ but as it was very much smaller than the sun ਸੂਰਜ ਤੋਂ ਕਾਫੀ ਜ਼ਿਆਦਾ ਛੋਟੀ ਸੀ it started to ਪੂਰੀ ਠੰਡੀ ਹੋਣਾ ਸ਼ੁਰੂ ਕਰ ਦਿੱਤਾ ਇਹਨੇ sun also is getting less hot but it will take millions of years to go ਤੇ ਸੂਰਜ ਵੀ ਜਿਹੜਾ ਹੈ sun is also getting less hot ਘੱਟ ਗਰਮ ਹੈ as compared to earlier years but ਅਜੇ ਵੀ ਇਹਨੂੰ ਹੋਰ ਕਈ ਸਾਲ ਲੱਗ ਜਾਣਗੇ ਬਹੁਤ ਮਿਲੀਅਨ ਸਾਲ ਲੱਗ ਜਾਣਗੇ ਇਹਨੂੰ ਠੰਡਾ ਹੋਣ ਦੇ ਵਿੱਚ the earth took less time to cool ਧਰਤੀ ਨੂੰ ਘੱਟ ਸਮਾਂ ਲੱਗਾ ਠੰਡਾ ਹੋਣ ਦੇ ਵਿੱਚ when it was hot of course nothing could live on it जब ये गर्म सी कुछ भी उत्ते नहीं रह सकता सी ना ही कोई आदमी ना ही कोई जानवर ना कोई पेड़ पौधा everything would have been burnt up there हर कोई चीज उत्ते जल जाती सी just as a bit of the sun shoot out and became the earth ठीक है एक ਜਿਹੜੀ पार्ट सीगा सूरज दा ਉਹ ਤੋਂ ਅਲੱਗ ਹੋਇਆ ਤੇ ਇੱਕ ਧਰਤੀ ਬਣ ਗਈ so also a bit of earth shoot out and became the moon ਉਸੇ ਤਰ੍ਹਾਂ ਧਰਤੀ ਦਾ ਇੱਕ ਹਿੱਸਾ ਧਰਤੀ ਵਿੱਚੋਂ ਨਿਕਲ ਕੇ ਕੀ ਬਣ ਗਿਆ ਚੰਦਰਮਾ ਬਣ ਗਿਆ many people think that the moon came out of a great hollow which is known the Pacific Ocean ਕਹਿੰਦੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜਿਹੜਾ ਚੰਦਰਮਾ ਹੈ ਉਹ ਧਰਤੀ ਦੇ ਵਿੱਚੋਂ ਜਿਹੜਾ ਨਿਕਲਿਆ ਹੈ ਉੱਥੋਂ
ਕਿਸ ਹਿੱਸੇ ਵਿੱਚੋਂ, ਕਿਸ ਹਿੱਸੇ ਦਾ ਪਾਰਟ ਹੈ, ਉਹ ਹੈ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਵੱਡਾ ਸਾਰਾ ਹੋਲ ਹੈ ਉੱਥੋਂ ਨਿਕਲਿਆ ਹੋਇਆ ਹੈ, ਜਿਹੜਾ ਕਿ ਅਮਰੀਕਾ ਦੇ ਜਾਪਾਨ ਦੇ ਵਿੱਚ ਪੈਸੀਫਿਕ ਓਸ਼ਨ ਹੈ ਉੱਥੋਂ। ਸੋ ਦਾ ਅਰਥ ਸਟਾਰਟਡ ਟੂ ਕੂਲ, ਇਸ ਤਰੀਕੇ ਨਾਲ ਫਿਰ ਧਰਤੀ ਚ ਠੰਡੀ ਹੋਣੀ ਸ਼ੁਰੂ ਹੋ ਗਈ। ਬੜਾ ਸਮਾਂ ਲੱਗਾ ਇਹਨੂੰ, ਇਟ ਟੁਕ ਅ ਲੌਂਗ ਟਾਈਮ ਟੂ ਬੜੀ ਠੰਡਾ ਹੋਣ ਚ ਕਾਫੀ ਸਮਾਂ ਲੱਗ ਗਿਆ ਇਹਨੂੰ। ਗ੍ਰੈਜੂਅਲੀ ਦ ਸਰਫੇਸ ਆਫ ਦ ਅਰਥ ਬਿਕੇਮ ਕੂਲਰ ਆਲਦੋ ਦ ਇੰਟੀਰੀਅਰ ਰਿਮੇਨਡ ਵੈਰੀ ਹੌਟ। ਕਹਿੰਦੇ ਅਜੇ ਵੀ ਬਾਹਰੋਂ ਤਾਂ ਸਤਹ ਦੀ ਠੰਡੀ ਹੋ ਗਈ ਹੈ ਨਾ, ਪਰ ਅੰਦਰੋਂ ਅਜੇ ਵੀ ਇਹ ਬਹੁਤ ਜ਼ਿਆਦਾ ਗਰਮ ਹੈ। ਇਵਨ ਨੋ ਇਫ ਯੂ ਗੋ ਡਾਊਨ ਅ ਕੋਲ ਮਾਈਨ, ਅਗਰ ਤੁਸੀਂ ਇੱਕ ਕੋਲ ਮਾਈਨ ਦੇ ਵਿੱਚ ਜਾਓਗੇ, ਖਾਣ ਦੇ ਵਿੱਚ ਜਾਓਗੇ ਤੇ ਕੋਲਾ ਮਿਲਦਾ, ਉੱਥੇ ਜਾਓਗੇ ਤੁਹਾਨੂੰ ਬਹੁਤ ਜ਼ਿਆਦਾ ਉੱਥੇ ਗਰਮੀ ਮਹਿਸੂਸ ਹੋਏਗੀ। ਜਿੰਨਾ ਤੁਸੀਂ ਅੰਦਰ ਜਾਂਦੇ ਜਾਓਗੇ ਉਹਨਾਂ ਇਹ hotter and hotter ਜਿਹੜਾ ਹੈ ਹੁੰਦਾ ਜਾਏਗਾ। Probably if you could go down deep enough inside the earth, you would find it red hot. ठीक है, probably if you could go down deep enough inside the earth, जितना ਤੁਸੀਂ ਡੂੰਘਾ ਧਰਤੀ ਦੇ ਅੰਦਰ ਜਾਓਗੇ, you would find it red hot, ਤੁਹਾਨੂੰ ਇਹ ਕੀ ਦਿਖੇਗਾ ਕਿ ਅੰਦਰੋਂ ਇਹ ਲਾਲ ਰੰਗ ਦੀ ਹੈ, ਲਾਲ ਗਰਮ ਹੈ। The moon also started to cool, ਚੰਦਰਮਾ ਜਿਹੜਾ ਉਹ ਵੀ ਠੰਡਾ ਹੋਣਾ ਸ਼ੁਰੂ ਹੋ ਗਿਆ। And because it was much smaller than even the earth, ਧਰਤੀ ਨਾਲੋਂ ਵੀ ਬਹੁਤ ਜ਼ਿਆਦਾ ਕੀ ਸੀ, ਛੋਟਾ ਸੀ, ਇਸ ਲਈ ਜਲਦੀ ਠੰਡਾ ਹੋ ਗਿਆ ਧਰਤੀ ਨਾਲੋਂ ਵੀ। It looks delightfully cool, ਇਹਨੂੰ ਸਾਨੂੰ ਬਹੁਤ ਸੁੰਦਰ ਠੰਡਾ ਮਹਿਸੂਸ ਹੁੰਦਾ ਹੈ ਇਹਨੂੰ ਦੇਖ ਕੇ। Does it not, ਕੀ ਨਹੀਂ ਲੱਗਦਾ ਤੁਹਾਨੂੰ ਵੀ? It is called the cold moon, ਇਹਨੂੰ ਅਸੀਂ cold moon ਨਾਲ ਵੀ ਕਹਿ ਦਿੰਦੇ ਹਾਂ, ਨਾਮ ਨਾਲ ਜਾਣਿਆ ਜਾਂਦਾ। Perhaps it is full of glaciers and ice fields, ਸ਼ਾਇਦ ਇਸ ਉੱਤੇ ਬਹੁਤ ਸਾਰੇ ਜਿਹੜੇ ਨੇ ਗਲੇਸ਼ੀਅਰਸ ਨੇ ਜਾਂ ਫਿਰ ਆਈਸ ਫੀਲਡਸ ਬਣੇ ਹੋਏ ਨੇ। When the earth cooled, all the water vapors in the air condensed into water and probably came down as rain. ਜਦ ਧਰਤੀ ਜਿਹੜੀ ਸੀ ਕਹਿੰਦੇ ਕਿ ਠੰਡੀ ਹੋ ਗਈ, ਜਿੰਨੇ ਵਾਟਰ ਪੇਪਰ ਸੀਗੇ ਹਵਾ ਦੇ ਵਿੱਚ ਉਹ ਠੰਡੇ ਹੋ ਕੇ ਪਾਣੀ ਬਣ ਕੇ ਬਾਰਿਸ਼ ਦੀ ਫਾਰਮ ਦੇ ਵਿੱਚ ਨੀਚੇ ਡਿੱਗਣ ਲੱਗ ਗਏ। It must have rained a tremendous lot then, ਬਹੁਤ ਜ਼ਿਆਦਾ ਫਿਰ ਬਾਰਿਸ਼ ਹੋਈ। All this water filled the great hollows in the rain, ਤੇ ਫਿਰ ਕੀ ਹੋਇਆ, ਸਾਰੇ ਦੇ ਸਾਰੇ ਜਿਹੜੇ ਹੋਲ ਸੀਗੇ, ਮਤਲਬ ਖੱਡੇ ਸੀਗੇ ਵੱਡੇ ਵੱਡੇ ਜਿਹੜੇ ਹੋ ਰੱਖੇ ਸੀਗੇ, ਉਹ ਪਾਣੀ ਨਾਲ ਭਰ ਕੇ ਤੇ ਅੱਜ ਕੀ ਬਣ ਗਏ, ਫਿਰ ਓਸ਼ਨਸ ਤੇ ਸੀਜ਼ ਬਣ ਗਏ। ਠੀਕ ਹੈ, as the earth became cooler and the ocean also became cooler, ਜਿੱਦਾਂ ਜਿੱਦਾਂ ਧਰਤੀ ਠੰਡੀ ਹੋ ਰਹੀ ਹੈ ਉਵੇਂ ਉਵੇਂ ਜਿਹੜੇ ਸਮੁੰਦਰ ਨੇ ਉਹ ਵੀ ਠੰਡੇ ਹੋ ਰਹੇ ਨੇ। It became possible for living things to exist on the earth's surface or in the sea, ਇਹ ਮੁਮਕਿਨ ਹੋ ਗਿਆ ਲਿਵਿੰਗ ਥਿੰਗਸ ਵਾਸਤੇ ਕਿ ਉਹ ਜਿਹੜੀ ਧਰਤੀ ਹੈ ਉਹਦੇ ਉੱਤੇ ਜਾਂ ਫਿਰ ਸਮੁੰਦਰ ਦੇ ਵਿੱਚ ਰਹਿ ਸਕਣ। ਸੋ ਇਟ ਯੂਜ਼ ਦਾ ਚੈਪਟਰ that is extract from the letters that Pandit Jawaharlal Nehru had posted to his daughter Indira Gandhi when she was in Missouri. Okay, so ਇਹ ਕੁਝ ਚਿੱਠੀਆਂ ਦੇ ਵਿੱਚੋਂ ਲਿਆ ਗਿਆ ਹੈ ਜਿਹੜੀਆਂ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਆਪਣੀ ਬੇਟੀ ਇੰਦਰਾ ਗਾਂਧੀ ਨੂੰ ਲਿਖੀਆਂ ਸੀ ਜਦੋਂ ਉਹ ਮਸੂਰੀ ਵਿੱਚ ਸੀਗੇ। I hope ਤੁਹਾਨੂੰ ਚੈਪਟਰ ਸਮਝ ਵਿੱਚ ਆ ਗਿਆ ਹੋਵੇਗਾ। ਅਗਰ ਕਿਸੇ ਨੂੰ ਕੋਈ ਡਾਊਟ ਹੋਏ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਮੈਨੂੰ। ਠੀਕ ਹੈ, ਓਕੇ, ਨੈਕਸਟ ਕਲਾਸ ਵਿੱਚ ਮਿਲਦੇ ਹਾਂ, ਫਿਰ ਆਪਾਂ ਨੈਕਸਟ ਚੈਪਟਰ ਨਵੇਂ ਚੈਪਟਰ ਦੇ ਨਾਲ ਮਿਲਾਂਗੇ ਆਪਾਂ। ਠੀਕ ਹੈ, ਟਿਲ ਦੈਨ ਟੇਕ ਕੇਅਰ, ਬਾਏ ਬਾਏ।